रचना नूं करो पवित्र। गज वज के बोलो वाहिगुरू जी का खालसा वाहिगुरू जी की फतेह। बहुत बहुत धन्यवाद मेरे छोटे वीर भाई साहब भाई कुलविंदर सिंह जी, डेरा बाबा नानक दे कोल पिंड नानो हारने, जो बड़े प्यार दे बचनां नूं लैंदे होए मालक दी वडियाई कर रहे सी, समझाउणा करदे सी कि जी असीं भी नाम जप लईए, साडे नाल भी ਉਹੀ ਵਤੀਰਾ ਹੋਏਗਾ ਜੋ ਵਤੀਰਾ ਭਗਤ ਕਬੀਰ ਦੇ ਨਾਲ ਹੋਇਆ ਸੀ। ਭਗਤ ਕਬੀਰ ਨੂੰ ਖੁਦ ਪਰਮਾਤਮਾ, ਜਿਸ ਨੂੰ ਅਸੀਂ ਗੌਡ ਅੱਲਾ ਵਾਹਿਗੁਰੂ ਕਹਿੰਦੇ ਹਾਂ, ਉਹ ਆਵਾਜ਼ਾਂ ਮਾਰਦੇ ਸੀ ਕਿ ਕਬੀਰਾ ਤੂੰ ਜਾ ਨਾ, ਇੱਧਰ ਵਾਪਸ ਆ ਜਾ। पाछे लागो हर फिरै कहत कबीर कबीर। क्यों कहते सी भला, क्यों कहते सी? कदे सोचिया? पढ़ ली ये पंक्ति, बड़ी बार सुन ली, कदे सोचिया नहीं कि क्यों? आखिर कबीर दे विच की खासियत सी, क्यों आवाज़ां मारदे सी? मेरे साहिबां दा इको एक ਜਿਹੜਾ ਮਨ ਦਾ ਅਸਲੀ ਚਾਅ ਹੈ, ਅਸਲੀ ਫੁਰਨਾ ਹੈ, ਜਿਹੜੀ ਅਸਲੀ ਤ੍ਰਿਸ਼ਨਾ ਹੈ ਪਾਤਸ਼ਾਹ ਦੀ, ਉਹ ਮੇਰੇ ਸਾਹਿਬਾਂ ਦੀ ਇਹ ਤ੍ਰਿਸ਼ਨਾ ਹੈ ਕਿ ਮੇਰੇ ਬੱਚੇ ਮੇਰੇ ਜਿੰਨੇ ਨਿਰਮਲ ਹੋ ਜਾਣ ਤਾਂ ਮੈਂ ਉਹਨਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਦਿਆਂਗਾ। ਮੇਰੇ ਬੱਚੇ ਮੇਰੇ ਜਿੰਨੇ ਨਿਰਮਲ ਹੋ ਜਾਣ ਤਾਂ ਉਹ ਇੱਥੇ ਆ ਸਕਦੇ ਆ, ਤਾਂ ਮੈਨੂੰ ਭਾਉਂਦੇ ਆ, ਤਾਂ ਮੈਨੂੰ ਚੰਗੇ ਲੱਗਦੇ ਆ। ਪਰ ਗੁਰਮੁਖ ਪਿਆਰਿਓ, ਪਾਤਸ਼ਾਹ ਸਾਨੂੰ ਗੁਰਬਾਣੀ 'ਚ ਕਹਿ ਰਹੇ, ਕਹਿੰਦੇ ਆਪਾਂ ਨੂੰ ਤੇ ਮੈਲ ਹੀ ਬੜੀ ਲੱਗੀ ਹੈ। ਭਗਤ ਕਬੀਰ ਨਿਰਮਲ ਹੋ ਗਏ ਸੀ। ਕਬੀਰ ਮਨ ਨਿਰਮਲ ਭਿਓ। ਕਿੰਨਾ ਕੁ ਨਿਰਮਲ ਹੋਇਆ ਸੀ? ਜੈਸੇ ਗੰਗਾ ਨੀਰ, ਕਹਿੰਦੇ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ ਨਾ, ਇੰਨਾ ਪਵਿੱਤਰ ਮਨ ਹੋ ਗਿਆ ਸੀ। ਤਾਂ ਮਾਲਕ ਨੂੰ ਮਜਬੂਰ ਹੋ ਕੇ ਕਬੀਰ ਦੇ ਪਿੱਛੇ ਤੁਰਨਾ ਪਿਆ। ਕਬੀਰ ਦੇ ਪਿੱਛੇ ਲੱਗ ਕੇ ਕਬੀਰ ਨੂੰ ਆਵਾਜ਼ਾਂ ਮਾਰਨੀਆਂ ਪਈਆਂ। ਇਸ ਦਾ ਮਤਲਬ ਜਿਸ ਦਾ ਮਨ ਨਿਰਮਲ ਹੈ, ਉਸ ਦੀ ਮਾਲਕ ਦੇ ਘਰ ਕਦਰ ਹੈ, ਇੱਜ਼ਤ ਹੈ, ਪੱਤ ਹੈ ਉਸ ਦੀ। ਫਿਰ ਗੁਰਮੁਖੋ, ਜਦੋਂ ਸਾਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ, ਫਿਰ ਅਸੀਂ ਮਨ ਨੂੰ ਨਿਰਮਲ ਕਿਉਂ ਨਹੀਂ ਕਰ ਲੈਂਦੇ? ਅਸੀਂ ਕਿਉਂ ਨਹੀਂ ਮਨ ਨੂੰ ਨਿਰਮਲ ਕਰ ਲੈਂਦੇ? ਹੁਣ ਸੰਗਤ ਨੇ ਕਹਿਣਾ ਕਿ ਵੀਰ ਜੀ, ਮਨ ਨੂੰ ਨਿਰਮਲ ਕਰਨ ਦੇ ਲਈ ਹੀ ਤੇ ਕਥਾ ਸਰਵਣ ਕਰਦੇ ਹਾਂ। ਮਨ ਨੂੰ ਨਿਰਮਲ ਕਰਨ ਦੇ ਲਈ ਹੀ ਤੇ ਆਪ ਦੇ ਨਾਲ ਸਿਮਰਨ ਕਰਦੇ ਹਾਂ। ਬਹੁਤ ਵਡਭਾਗੇ ਜੀਵ ਜਿਹੜੇ ਕਥਾ ਸਰਵਣ ਕਰਦੇ ਹੈ ਅਤੇ ਜਿਹੜੇ ਸਿਮਰਨ ਕਰਦੇ ਹੈ। ਪਰ ਇੱਕ ਗੱਲ ਧਿਆਨ ਰੱਖੀਏ, ਸਿਮਰਨ ਗੁਰੂ ਦੀ ਮੱਤ ਦੁਆਰਾ ਕਰਾਂਗੇ ਤਾਂ ਸਾਡੇ ਮਨ ਦੀ ਮੈਲ ਉਤਰੇਗੀ। ਜੇ ਅਸੀਂ ਆਪਣੀ ਮੱਤ ਦੁਆਰਾ ਕੁਝ ਕਰਨਾ ਚਾਹ ਰਹੇ ਹਾਂ, ਭਾਈ ਸਾਹਿਬ ਕਹਿ ਰਹੇ ਸੀ ਮਨ ਚੰਚਲਪਣੇ ਕਰ ਰਿਹਾ, ਮਨ ਚਤਰਾਈਆਂ ਕਰਦਾ। ਫਿਰ ਮੇਰੇ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਸੰਬੋਧਨ ਕਰ ਦਿੱਤਾ, ਸਮਝਾ ਦਿੱਤਾ, ਆਪਾਂ ਨੇ ਲਈ ਉਪਦੇਸ਼ ਦੇ ਦਿੱਤਾ। ਪਾਤਸ਼ਾਹ ਕਹਿ ਰਹੇ ਹੈ, ਮਨ ਕੀ ਮੈਲ ਨਾ ਉਤਰੈ ਇਹ ਵਿਦ
ਕਹਿੰਦੇ ਇਸ ਵਿਧੀ ਦੇ ਨਾਲ ਤੇਰੇ ਮਨ ਦੀ ਮੈਲ ਨਹੀਂ ਉਤਰਨੀ ਕਹਿੰਦੇ ਮਨ ਕੀ ਮੈਲ ਨਾ ਉਤਰੈ ਇਹ ਵਿਧ। ਫਿਰ ਅੱਗੇ ਪਤਾ ਕੀ ਕਹਿੰਦੇ ਇਸ ਵਿਧੀ ਨਾਲ ਤੂੰ 10-20 ਯਤਨਾਂ ਦੀ ਗੱਲ ਨਹੀਂ, 100-200 ਦੀ ਗੱਲ ਨਹੀਂ, ਹਜ਼ਾਰਾਂ ਦੀ ਗੱਲ ਨਹੀਂ। ਪਾਤਸ਼ਾਹ ਕਹਿੰਦੇ ਜੇ ਲੱਖ ਯਤਨ ਵੀ ਤੂੰ ਕਰੇ ਨਾ, ਲੱਖ ਯਤਨ, ਤਾਂ ਵੀ ਤੇਰੇ ਮਨ ਦੀ ਮੈਲ ਨਹੀਂ ਉਤਰਨੀ। ਜਿੰਨੀ ਦੇਰ ਮੈਲ ਨਹੀਂ ਉਤਰਦੀ ਓਨੀ ਦੇਰ ਆਪਾਂ ਨੂੰ ਸੱਚਖੰਡ ਜਾਣ ਦੀ ਇਜਾਜ਼ਤ ਨਹੀਂ ਹੈ। ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲੱਖ ਯਤਨ ਕਰਾਏ। ਕਹਿੰਦੇ ਬੇਸ਼ੱਕ ਤੂੰ ਲੱਖਾਂ ਯਤਨ ਕਰ ਲੈ ਅਤੇ ਉਸ ਤੋਂ ਅਪਰੰਤ ਕੀ ਹੋਏਗਾ? ਉਸ ਤੋਂ ਅਪਰੰਤ ਇਹ ਹੋਏਗਾ ਕਿ ਪਲ ਪਲ, ਘੜੀ ਘੜੀ, ਹਰ ਦਿਨ ਰਾਤ ਸਾਡੀ ਉਮਰ ਘਟਦੀ ਜਾ ਰਹੀ ਹੈ। ਸਾਡੇ ਨੈਣਾਂ ਦੇ ਵਿੱਚੋਂ ਨੀਰ ਚੱਲ ਪਿਆ ਅਤੇ ਕਾਲੇ ਘਟ ਵਰਗੇ ਜੋ ਕੇਸ ਸੀ ਉਹ ਚਿੱਟੇ ਹੋ ਜਾਂਦੇ ਆ। ਤਨ ਨੇ ਆਪਣੇ ਨੇ ਛਾਲਣਾ ਸ਼ੁਰੂ ਕਰ ਦੇਣਾ। ਜਿੱਦਾਂ ਕੱਪੜਾ ਬੋਦਾ ਹੋ ਜਾਂਦਾ ਨਾ, ਬੋਦਾ ਕਮਜ਼ੋਰ ਹੋ ਜਾਂਦਾ, ਉਹ ਵਿੱਚ ਦੀ ਗਲੀਆਂ ਉਹਦੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਹਾਲਤ ਸਾਡੇ ਤਨ ਦੀ ਹੋ ਜਾਂਦੀ ਹੈ। ਪਾਤਸ਼ਾਹ ਕਹਿ ਰਹੇ ਨੈਣੂ ਨੀਰ ਬਹਿ ਤਨ ਖੀਨਾ। ਕਹਿੰਦੇ ਨੈਣਾਂ ਦੇ ਵਿੱਚ ਨੀਰ ਚੱਲ ਪੈਣਾ। ਉਹ ਭਲਿਆ ਨਹੀਂ ਆਪਣੇ ਵਿੱਚ ਜੋ 60 ਸਾਲ ਤੋਂ ਅਬਾਊਟ ਗੁਰਮੁਖ ਨੇ, ਇਹਨਾਂ ਦੇ ਨਾਲ ਕਦੇ ਵਿਚਾਰ ਕਰਕੇ ਵੇਖ ਲਓ ਕਦੇ ਵਿਚਾਰ ਕਰਕੇ ਇਹਨਾਂ ਦੇ ਨਾਲ। ਪਾਤਸ਼ਾਹ ਕਹਿੰਦੇ ਨੈਣੂ ਨੀਰ ਬਹਿ ਤਨ ਖੀਨਾ। ਤਨ ਖੀਨਾ ਹੋ ਗਿਆ, ਕਹਿੰਦੇ ਤਨ ਕਮਜ਼ੋਰ ਹੋ ਗਿਆ। ਕੇਸ ਭਏ ਦੁੱਧਵਾਨੀ। ਕਹਿੰਦੇ ਜਿਹੜੇ ਕਾਲੇ ਕੇਸ ਸੀ ਉਹ ਚਿੱਟੇ ਹੋ ਗਏ। ਬੜਾ ਲੱਖ ਯਤਨ ਕੀਤਾ ਇਹਨਾਂ ਕੇਸਾਂ ਨੂੰ ਕਾਲੇ ਕਰਨ ਦਾ, ਬੜੀਆਂ ਕਲਫਾਂ ਲਾਈਆਂ, ਬੜੇ ਟੌਨਿਕ ਲਾਏ, ਪਰ ਗੱਲ ਨਹੀਂ ਬਣੀ। ਆਖਰਕਾਰ ਹਾਰ ਖਾਣੀ ਪਈ। ਫਿਰ ਅੱਗੇ ਪਾਤਸ਼ਾਹ ਕਹਿੰਦੇ ਜਦੋਂ ਨੇਤਰਾਂ ਦਾ ਇਹ ਹਾਲ ਹੋ ਜਾਂਦਾ, ਤਨ ਦਾ ਇਹ ਹਾਲ ਹੋ ਜਾਂਦਾ, ਕੇਸਾਂ ਦਾ ਇਹ ਹਾਲ ਹੋ ਜਾਂਦਾ, ਕਹਿੰਦੇ ਫਿਰ ਉਸ ਵੇਲੇ ਕੰਠ ਵੀ ਚੰਗਾ ਨਹੀਂ ਰਹਿੰਦਾ, ਕੰਠ ਵੀ ਸਾਫ਼ ਲਫ਼ਜ਼ ਨਹੀਂ ਬੋਲਦਾ। ਜਿੱਦਾਂ ਹੁਣ ਇਸ ਵੇਲੇ ਗਲਾ ਕੰਮ ਕਰਦਾ ਨਾ, ਫਿਰ ਇਸ ਗਲੇ ਨੇ ਵੀ ਕੰਮ ਨਹੀਂ ਕਰਨਾ। ਪਾਤਸ਼ਾਹ ਕਹਿੰਦੇ ਫੇਰ ਦੱਸ ਤੂੰ ਕੀ ਕਰੇਂਗਾ? ਜਦੋਂ ਤੇਰੀ ਇਹ ਕੰਡੀਸ਼ਨ ਹੋ ਗਈ, ਤੇਰੇ ਕੰਠ ਨੇ ਵੀ ਸ਼ਬਦ ਨਾ ਉਚਰਿਆ, ਇਸ ਨੂੰ ਵਾਹਿਗੁਰੂ ਕਹਿਣ ਦੇ ਵਿੱਚ ਵੀ ਦਿੱਕਤ ਆਉਣ ਲੱਗੀ, ਕਹਿੰਦੇ ਫੇਰ ਭਲਿਆ ਤੂੰ ਦੱਸ ਕੀ ਕਰੇਂਗਾ? ਗੁਰਬਾਣੀ ਦਾ ਫਰਮਾਨ ਹੈ ਨੈਣੂ ਨੀਰ ਬਹਿ ਤਨ ਖੀਨਾ, ਕੇਸ ਭਏ ਦੁਧਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਦੱਸ ਹੁਣ ਤੂੰ ਕੀ ਕਰੇਂਗਾ? ਇਲਾਜ ਦੱਸ, ਕਹਿੰਦੇ ਇਲਾਜ ਦੱਸ ਕੀ ਕਰੇਂਗਾ? ਕਹਿੰਦੇ ਹੁਣ ਤੂੰ ਐਵੇਂ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਲਈ। ਕਦੇ ਕਿਸੇ ਤੀਰਥ 'ਤੇ ਚਲ ਗਿਆ, ਕਦੇ ਕਿਸੇ ਮੰਦਰ 'ਤੇ ਚੱਲ ਗਿਆ, ਕਦੇ ਕਿਸੇ ਜੰਗਲ 'ਤੇ ਚੱਲ ਗਿਆ, ਕਦੇ ਕੁਝ ਪੁੰਨ ਦਾਨ ਕਰਨ ਦੇ ਲਈ ਸੋਚ ਲਿਆ। ਪਰ ਜਦੋਂ ਪੁੰਨ ਦਾਨ ਕਰਦਾ ਉਹਦੇ ਨਾਲ ਹਉਮੈ ਆ ਜਾਂਦੀ ਹੈ। ਜੇ ਕੋਈ ਕਿਤੇ ਨੂੰ 4 ਛਿੱਲੜ ਪੁੰਨ ਕਰ ਦਿੱਤੇ, ਫਿਰ ਹਉਮੈ ਆ ਜਾਂਦੀ ਹੈ। ਹਉਮੈ ਤੋਂ ਛੁਟਕਾਰਾ ਨਹੀਂ ਕਰ ਪਾ ਰਹੇ। ਪੂਜਾ ਬੜੀਆਂ ਕੀਤੀਆਂ, ਅਰਚਾ ਬੰਦਨਾ ਬੜੀ ਕੀਤੀ, ਡੰਡੌਤ ਬੜੀ ਕੀਤੀ, ਪੁੰਨ ਦਾਨ ਬੜਾ ਕੀਤਾ, ਪਰ ਪਾਤਸ਼ਾਹ ਕਹਿੰਦੇ ਭਲਿਆ ਸੋਚੀਏ ਕਦੇ ਸੋਚੀਏ ਕਿ
कहते वो दोबारा नहीं मिलिया, अजे तैनू वो दोबारा नहीं मिलिया, फिर तेरी एक कंडीशन हो जानी है, फिर किद्दां मिलेगा। अन्न वस्त्र भूम बहु अर्पै न मिलीए हर द्वारा। कहते अन्न बड़ा दान किया, भूमि भी दान करती, भूमि कहते धरती नूं, धरती भी दान कर दी। अन्न वस्त्र भूम बहु अर्पै न मिलीए हर द्वारा। कहते तेनू हरी दा दर नहीं मिलिया। हरी दा दर ते जाण दे लई गुरमुख प्यारे, उत्थे जाण दे लई सानू ये चंचल मत चतुराई छड्डनी पैनी है। इस दे नाल नाल होर कुछ साडे विच जिन्हां गुरमुखां दे विच चंचलता चतुराई नहीं, हौमे भी मन लो कद नहीं, तां उन्हां दे विच आलस आ जांदी है। आलस, इस आलस तो भी छुटकारा करना पैना, छुटकारा पाउणा पैना। जिहड़े गुरमुख ने वो कदे आलस नहीं करदे, वो औखे होण सौखे होण वो अपने वक्त नूं संभालदे आ, वेले नूं संभालदे आ। ਉਹ डिगदे ढहिंदे अपना प्रण करदे आ। पर मनमुख कोई बहाना चाहिए उन्हां नूं, कोई भी बहाना होवे। इस करके मेरे साहिबान बड़े प्यार दे शब्द दे नाल संबोधन कर रहे है, भाई रे इस मन को समझाए। कहंदा भाई तू इस मन नूं समझा ले, भाई रे इस मन को समझाए। रे मन आलस क्या करें, गुरमुख नाम ते आए। कहंदे तू आलस कर दे, जिहड़े गुरमुख ने वो नाम जपदे, जिहड़े गुरमुख ने वो नाम जपदे है। पर कहंदे तू ध्यान रखी, जिन्ना मर्जी भज लै, जिन्ना मर्जी दौड़ लै, आखिरकार तेरा भी उही हालत होनी है। किहड़ी? जिहड़ी हालत मेरे साहिबां गुरबाणी दे विच दसदे है। कहंदे कर बहुत कुछ रहे हैं तू, अपराले कर रहे हैं, पर अपनी मत द्वारा, गुरु दी मत द्वारा नहीं, चतुराई द्वारा। तैनू असली पिता दा पता नहीं लग्गिया कि जिन्हों करता पुरख कहंदे है ना, करता पुरख उहदे हत्थ दे विच सारा कुछ। पातशाह कहंदे कर्म धर्म जुगत बहु करता। कहंदे कर्म भी करदा, कर्म कहंदे आ काम नूं, धर्म पुन्न दान, धर्म दे काम पाठ पूजा पुन्न दान ये भी करदा। कहंदे कर्म धर्म जुगत, जुगतियां भी कहंदे बड़ियां लाउणा तू, बड़ियां जुगतियां लाउणा। कहंदे पर वो मालक नूं नहीं पहचानिया, मालक नूं नहीं कदे वेखिया, मालक दे कदे मुख दी आवाज़ नहीं सुनी। जिन्नी देर उस करनहार नूं नहीं जानदा ना, पातशाह कहंदे तेरी हालत ये रहनी है, तेरी ये हालत ये रहनी है। नंगा आया सी नंगे ने चल जाने, अते ज्यों हाथी अपन पहला इशनान करके आउंदे समुंदर दे विच, फिर अपने सिर दे विच खाक पा लैंदे। कहंदे ये हालत तेरी रहनी है। जिन्ने मर्जी कर्म धर्म कर ले तू, जिन्ने मर्जी पखंड कर ले। पातशाह कहंदे कर्म धर्म जुगत बहु करता, करने हार न जाने। नांगा आया नांगो जासी, ज्यों हस्ती खाक छाणे। कहंदे जिद्दां हाथी दे पल्ले कुछ नहीं पैंदा ना, कहंदे पल्ले तेरे भी कुछ नहीं पैना।
ਨੰਗਾ ਹੀ ਆਇਆ ਸੀ, ਨੰਗਾ ਹੀ ਚੱਲ ਜਾਣਾ। ਕਿਉਂ? ਕਹਿੰਦੇ ਤੈਨੂੰ ਪੱਤ ਦਾ ਜਿਹੜਾ ਕੱਪੜਾ ਪਹਿਨਣਾ ਸੀ ਨਾ, ਜਿਹੜਾ ਪੱਤ ਦਾ ਕੱਪੜਾ ਪਹਿਨਣਾ ਸੀ, ਤੈਨੂੰ ਉਹਦੇ ਬਾਰੇ ਪਤਾ ਹੀ ਨਹੀਂ ਲੱਗਿਆ ਅਜੇ ਤੱਕ। ਗੁਰਮੁਖ ਪਿਆਰਿਓ, ਕੱਪੜੇ ਦੀ ਤੇ ਦੂਰ ਦੀ ਗੱਲ ਹੈ, ਜੇ ਸੱਚ ਜਾਣਿਓ ਨਾ, ਸੱਚ ਜਾਣਿਓ, ਸਾਨੂੰ ਤੇ ਅਜੇ ਮਾਲਕ ਦੀ ਸੇਵਾ ਕਰਨ ਦਾ ਨਹੀਂ ਪਤਾ, ਮਾਲਕ ਦੀ ਸੇਵਾ ਕਰਨ ਦਾ ਨਹੀਂ ਪਤਾ, ਸਾਨੂੰ ਅਜੇ ਨਾਮ ਜਪਣ ਦਾ ਨਹੀਂ ਪਤਾ। ਨਾਮ ਜਪਣ ਦੀ ਤੇ ਦੂਰ ਦੀ ਗੱਲ ਹੈ, ਉਹ ਸਾਨੂੰ ਤੇ ਅਜੇ ਨਾਮ ਦਾ ਨਹੀਂ ਪਤਾ। ਨਾਮ ਕੀ ਹੈ, ਨਾਮ ਕਿਸ ਨੂੰ ਕਹਿੰਦੇ ਆ। ਐਡਾ ਅਗਿਆਨਤਾ ਦੇ ਵਸ ਇਹ ਜੀਵ ਪੈ ਗਿਆ, ਐਡਾ ਅਗਿਆਨਤਾ ਦੇ ਵਸ ਪੈ ਗਿਆ ਇਹ ਜੀਵ, ਕੁਝ ਵੀ ਨਹੀਂ ਪਤਾ, ਕੁਝ ਵੀ ਨਹੀਂ ਪਤਾ। ਪਰ ਕਰਨਾ ਕੀ ਸੀ? ਕਰਨਾ ਕੀ ਸੀ? ਕਰਨਾ ਸੀ, ਪਾਤਸ਼ਾਹ ਕਹਿੰਦੇ ਆਪ ਤਜੋ, ਕਹਿੰਦੇ ਆਪਣੀ ਸਿਆਣਪ ਨੂੰ ਛੱਡ, ਆਪਣੇ ਆਪ ਨੂੰ ਗਵਾ ਦੇ, ਕਹਿੰਦੇ ਆਪਣੇ ਆਪ ਨੂੰ ਗਵਾ ਦੇ, ਆਪਣੀ ਸਿਆਣਪ ਨੂੰ ਛੱਡ ਦੇ, ਕਹਿੰਦੇ। ਫਿਰ ਕੀ ਕਰਨਾ ਸੀ? ਆਪਣੇ ਆਪ ਨੂੰ ਗਵਾ ਕੇ ਕਹਿੰਦੇ ਤੂੰ ਜਪਣਾ ਸ਼ੁਰੂ ਕਰ, ਉਸ ਨੂੰ ਜਪਣਾ ਸ਼ੁਰੂ ਕਰ, ਕਹਿੰਦੇ ਜਪ ਜਪ ਕੇ ਫਿਰ ਉਹਦੀ ਸ਼ਰਨ ਦੇ ਵਿੱਚ ਚਲਾ ਜਾ। ਕਿਹਦੀ? ਹਰੀ ਦੀ ਸ਼ਰਨ ਦੇ ਵਿੱਚ। ਜਦੋਂ ਗੁਰਮੁਖੋ ਅਸੀਂ ਗੁਰੂ ਦੀ ਮੱਤ ਦੁਆਰਾ ਜਪ ਕੇ ਹਰੀ ਦੀ ਸ਼ਰਨ ਦੇ ਵਿੱਚ ਜਾਵਾਂਗੇ ਨਾ, ਫਿਰ ਮੇਰੇ ਸਾਹਿਬਾਂ ਇੱਕ ਦਾਤ ਦਿੰਦੇ ਆ, ਦਾਤ। ਕੀ? ਪਾਤਸ਼ਾਹ ਕਹਿੰਦੇ ਤੇਰੇ ਦੁੱਖ ਉੱਡ ਜਾਣਗੇ ਅਤੇ ਤੂੰ ਭਵਜਲ ਨੂੰ ਤਰ ਜਾਏਗਾ, ਅਤੇ ਜਿਹੜੀ ਆਸ਼ਾ ਹੈ ਨਾ ਤੇਰੇ ਮਨ ਦੇ ਅੰਦਰ, ਕਹਿੰਦੇ ਆਸ਼ਾ, ਕਹਿੰਦੇ ਤੂੰ ਉਹ ਵੀ ਪ੍ਰਾਪਤ ਕਰ ਲੇਂਗਾ। ਕਦੋਂ? ਇਹ ਸਭ ਕੁਛ ਕਦੋਂ ਹੋਣਾ? ਹੁਣ ਸੁਣੋ ਵੀ ਕਦੋਂ ਹੋਣਾ। ਪਾਤਸ਼ਾਹ ਕਹਿੰਦੇ ਆਪ ਤਜੋ ਗੋਬਿੰਦ ਭਜੋ, ਆਪ ਆਪਣੀ ਸਿਆਣਪ ਨੂੰ ਛੱਡ ਕੇ ਆਪ ਤਜੋ ਗੋਬਿੰਦ ਭਜੋ, ਉਸ ਮਾਲਕ ਨੂੰ ਯਾਦ ਕਰ। ਅੱਗੇ ਕੀ ਕਹਿੰਦੇ ਹੈ? ਸ਼ਰਨ ਪਰੋ ਹਰ ਰਾਏ, ਕਹਿੰਦਾ ਮੇਰੇ ਸਾਹਿਬਾਂ ਦੀ ਸ਼ਰਨ ਦੇ ਵਿੱਚ ਚਲਾ ਜਾ। ਜਦੋਂ ਆਪਣੇ ਆਪ ਨੂੰ ਤਿਆਗ ਕੇ ਨਾਮ ਨੂੰ ਜਪ ਕੇ ਉਹਦੀ ਸ਼ਰਨ ਦੇ ਵਿੱਚ ਚਲੇ ਗਏ, ਫਿਰ ਪਾਤਸ਼ਾਹ ਕਹਿੰਦੇ ਦੁੱਖ ਹਰੇ ਭਵ ਜਲ ਤਰੇ, ਕਹਿੰਦੇ ਦੁੱਖ ਤੇਰੇ ਦੂਰ ਹੋ ਜਾਣੇ ਆ, ਭਵਜਲ ਨੂੰ ਤੂੰ ਪਾਰ ਕਰ ਜਾਏਂਗਾ। ਦੁੱਖ ਹਰੇ ਭਵ ਜਲ ਤਰੇ, ਮਨ ਚਿੰਦਿਆਂ ਫਲ ਪਾਏ, ਕਹਿੰਦੇ ਜਿਹੜੀ ਤੇਰੇ ਮਨ ਦੀ ਤਮੰਨਾ ਹੋਏਗੀ ਨਾ, ਪਾਤਸ਼ਾਹ ਕਹਿੰਦੇ ਉਹ ਫਲ ਪ੍ਰਾਪਤ ਹੋ ਜਾਏਗਾ, ਉਹ ਫਲ ਪ੍ਰਾਪਤ ਹੋ ਜਾਏਗਾ। ਫਿਰ ਗੁਰਮੁਖ ਪਿਆਰਿਓ, ਅਸੀਂ ਕਿਉਂ ਨਹੀਂ ਇਹ ਕਰਮ ਕਰ ਲੈਂਦੇ? ਅਸੀਂ ਕਿਉਂ ਨਹੀਂ ਇਹ ਸਭ ਕੁਝ ਪਾ ਲੈਂਦੇ? ਜੇ ਇਹ ਨਹੀਂ ਕਰਾਂਗੇ, ਜੇ ਨਹੀਂ ਕਰਾਂਗੇ ਨਾ, ਚਤਰਾਈਆਂ ਕਰਾਂਗੇ, ਚਤਰਾਈਆਂ ਕਰਾਂਗੇ, ਹੋਰ ਵਿਚਾਰਾਂ ਕਰਾਂਗੇ, ਹੋਰ ਚਲਾਕੀਆਂ ਕਰਾਂਗੇ, ਫਿਰ ਆਪਾਂ ਨੂੰ ਆਖਰਕਾਰ ਸਜ਼ਾ ਮਿਲਣੀ ਹੈ। ਸਜ਼ਾ, ਸਜ਼ਾ ਕਿਸ ਕਿਸ ਨੂੰ ਮਿਲਣੀ ਹੈ? ਸਜ਼ਾ ਕਿਸ ਕਿਸ ਨੂੰ ਮਿਲਣੀ ਹੈ? ਥੋੜ੍ਹਾ ਜਿਹਾ ਆਪਾਂ ਅੱਜ ਹੋਰ ਬਰੀਕੀ ਨਾਲ 2 ਮਿੰਟ ਲਾਵਾਂਗੇ ਕਿ ਜਿਹੜਾ ਨਾਮ ਆਪਾਂ ਸਿਮਰਨ ਕਰਦੇ ਹਾਂ, ਉਹ ਸਿਮਰਨ ਕੌਣ ਕਰਦਾ ਹੈ? ਜਿਹੜਾ ਆਪਾਂ ਨਿਤਨੇਮ ਕਰਦੇ ਹਾਂ, ਉਹ ਨਿਤਨੇਮ ਕੌਣ ਕਰਦਾ ਹੈ? ਇਸ ਵੱਲ ਧਿਆਨ ਦਿੱਤਾ ਕਦੇ ਆਪਾਂ ਨੇ? ਕਦੇ ਨਹੀਂ ਦਿੱਤਾ। ਜੇ ਦਿੱਤਾ ਤਾਂ ਇੰਨਾ ਕੁ ਕਹਿ ਦਿੰਦੇ ਆ ਕਿ ਵੀਰ ਜੀ ਜਦੋਂ ਨਿਤਨੇਮ ਕਰਦੇ ਆ ਨਾ, ਤਾਂ ਮਨ ਨਹੀਂ ਟਿਕਦਾ ਉਸ ਵੇਲੇ।
पहली गल तो यह है गुरमुख प्यारिओ कि मन नितनेम ही नहीं करता। नितनेम करदी है साडी आत्मा। साडी आत्मा पवित्र है, साडी आत्मा सच्ची है, सुची है, सच्ची है, सुची है। साडी आत्मा नितनेम करदी है, साडी आत्मा सिमरन करदी है। ये ड्यूटियां ने अलग अलग लगियां हुई। मन ने ये नितनेम नूं सुनना सी, सुन के इस ने इस नूं मनना सी, सुन के इस ने इस नूं मनना सी। हुण पातशाह भी कह रहे है, जिन्नी सुन कै मन्निया, कहंदे जिन्हां ने सुन के मन लिया। हुण सुनी चलो की करना सी। जिहड़ी गुरबाणी पढ़दी है ना, वो साडी आत्मा पढ़दी है, सिमरन करदी है, साडी आत्मा करदी है। मन की की ड्यूटी सी? मन ने गुरमुख प्यारिओ पहला ये सुनना सी, सुन के इस ने मनना सी। जे मन इस नूं सुन के मनण दे विच कामयाब हो जांदा है तां मेरे साहिबां कहंदे फिर इस नूं उत्थे जगह मिल जानी है। इस नूं कहंदे उत्थे जगह मिल जानी है। कित्थे? निज घर दे विच। पर मिलनी कदों है? जदों सुन के मनना शुरू कर दिता। जदों सुन के मनना शुरू कर दिता गुरमुख प्यारिओ। पातशाह कहंदे जिन्नी सुन कै मन्निया, तिन्ना निज घर वास। कहंदे उन्हां दा निज घर दे विच वासा होएगा। जिहड़ा अपना निज घर है, जिन्हों थिर घर कहदे आ, कहंदे उन्हां दा उस घर दे विच वासा होएगा जिहड़े जीव सुन के मन लैंदे आ। पर जिहड़े मनदे नहीं, जिहड़े मनदे नहीं, गुरमुख प्यारिओ उन्हां दे प्रति फिर दस्सण दी लोड़ नहीं कोई। उन्हां दे बारे दस्सण दी लोड़ नहीं। क्यों? फिर लेखा मंगना है। लेखा जदों लेखा जोखा हुंदा है, बाकी टुट जाती है। जिद्दां अपने जिमींदार भरा 6 महीनों बाद आड़तीए दे कोल हिसाब किताब करन दे लई जांदे आ। जदों हिसाब करदे आ तां आड़तीआ लैण जो उन्होंने लिया हुंदा है उस नूं जोड़ लैंदा है, जो उन्हां दी फसल आई हुंदी है उस नूं जोड़ लैंदा है, ते उस दे विचों लिया होया पैसा वध जांदा है। जिहड़ा लिया होया पैसा वध जांदा है, जिहड़ा वो किन्ना वध गया उस नूं बाकी कहंदे आ। भी बाकी तेरे वल इन्ने पैसे बच गए, इन्ने पैसे तू साडे कोलों लै गया, इन्ने पैसों की तेरी फसल साडे कोले आ गई, हुण इन्ने पैसे तेरे वल बाकी बच गए। बाकी गुरमुखो जदों साडे नाल हिसाब किताब होना है ना, धर्मराज ते चित्रगुप्त ने करना है, फिर उस वेले साडे वल भी बाकी ना किते निकल आवे, किते साडे वल बाकी ना निकल आवे। जे बाकी निकल आई ना, फिर आपां किवें उतारांगे? हुण ते साडे कोलों उतरिया नहीं, जदों कि 24,000 रोज़ धन लैके अपने पिता दे घरों आपां आउणे आ। हुण ते आपां इन्ने धन दे हुंदे होए उतार नहीं सके। जदों असीं ये धन नूं छड्ड दिता, सानूं कोई धन भी नहीं मिलना, फिर आपां करजा किवें उतारांगे?
किवें उतारांगे। पातशाह कह रहे हैं ना गुरबाणी दे विच, पातशाह कहंदे चित्र गुप्त जब लेखा मांगै, चित्र गुप्त जब लेखा मांगै, बाकी निकसी भारी। कहंदे भारी बाकी निकल आई। कहंदे बाकी कहंदे भारी निकल आई। और कहंदे पातशाह ये भी कहंदे जदों वो लेखा मंग लिया तेरे बल बाकी निकल आई, फिर तेरे पड़दे नूं दसो कहंदे कौन कजेगा। दस कहंदे तेरे पड़दे नूं कौन कजेगा। पर जेड़े जीव उस डाढे दे अगे बेनती जोदड़ी तरले करदे है, जेड़े तरले करदे है, जेड़े कहंदे रहिंदे है मेरे पातशाह तेरे बगैर साडा कोई नहीं, मेरे शहनशाह तेरे बगैर साडा कोई नहीं। ओ गुरमुख प्यारिओ अपने लेखे जोखे तो फिर सुरखरू हो जाते हैं, सुरखरू। उन्हां नूं शरण दे विच जाना पैंदा है। आपां भी एक हंबड़ा मारीए, आपां भी एक कोशिश करिए, आपां भी मालक दी शरण दे विच चले जाइए, आपां भी बेनती जोदड़ी करिए मालक दे अगे, कह दईए दीन दयाल पूरन दुख भंजन। है मेरे दाते दीन दयाल पूरन दुख भंजन, तुम बिन ओट ना काई। है मेरे दाते हे दुख भंजन हार स्वामी, तेरे बिना मैनी कोई ओट नहीं करेगा, मैनू तेरे तो बगैर मैनू कोई ओट नहीं करेगा, मैनू तेरी ओट है बस। दीन दयाल पूरन दुख भंजन, तुम बिन ओट न काई। फिर की कहंदे पातशाह दे अगे फिर बेनती कीती, ए मेरे मालिक मैनू कढ लै इस संसार सागर दे विचों, कढ लै मैनू मेरे मालिका संसार सागर दे विचों। मैं तेरी शरण दे विच आ गया, मैं तेरी शरण दे विच आ गया। कह दिता मेरे साहिबा ने गुरबाणी दे विच दर्ज कीता है, दीन दयाल पूरन दुख भंजन, तुम बिन ओट न काई। काढ़ लेहे संसार सागर मह, नानक प्रभ सरनाई। है मेरे मालिका मैनू संसार सागर दे विचों कढ लै, मैं तेरी शरण दे विच आ गया, मैं तेरी शरण दे विच आ गया। गुरमुख प्यारिओ जे अपने अंदर भी चाहना है ना, चाहना है तो आपां भी मेरे मालिक नूं कह दईए, मेरे मालिका असी तेरी शरण पै गए, साडी ओट सानू हुण तेरी है, होर कोई ओट नहीं। फिर आपां 5 मिनट आवाज़ां मार लईए। बड़ी मालिक दी अपार बख्शिश है, 350 गुरमुख जुड़े होए आ। 2-4 मिनट प्यार दीआं आवाज़ां तरले मिन्नतां जोदड़ियां करिए तो मालिक नूं तरस आ जाना, रहम आ जाना। जदों रहम आ गया फिर कहांगे किरपा करो दीन के दाते, मेरे मालिका हुण साडे ते किरपा कर दे। हुण आपां रोज़ दी उही क्रिया अंदर पाउण जांदी है, वाह ते बाहर आउंदी है। गुरु अपनी आवाज़ नूं आप सुनना अते सारिआं ने प्यार दे नाल बोलना। एक आवाज़ दे विच फुरनिਆਂ तो रहत करो जी शुरू। वाहिगुरू वाहिगुरू
ਵਾਹਿਗੁਰੂ 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 ਗੁਰੂ ਵਾਹਿਗੁਰੂ 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 ਉੱਥੇ ਲੈ ਕੇ ਬੋਲੋ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਿਮਰਨ ਕੀਤਾ। ਗੁਰਮੁਖ ਪਿਆਰਿਓ, ਇਹ ਹੈ ਸਾਡੀ ਜ਼ਿੰਦਗੀ ਨੂੰ ਸਫਲ ਕਰਨ ਦਾ ਸਹੀ ਢੰਗ ਅਤੇ ਸਹੀ ਤਰੀਕਾ। ਗੁਰੂ ਦੀ ਬਾਣੀ ਨੂੰ ਜਪੋ ਅਤੇ ਉਹ ਮਾਲਕ ਪਾਰ ਬ੍ਰਹਮ ਪਿਤਾ ਨੂੰ ਸਹਾਈ ਕਰੋ ਅਤੇ ਮਾਲਕ ਦੇ ਹਰ ਘੜੀ ਹਰ ਪਲ ਗੁਣ ਗਾਇਨ ਕਰੋ। ਜੋ ਪਾਤਸ਼ਾਹ ਨੇ ਆਖੇ ਨਾ ਗੁਰਬਾਣੀ ਦੇ ਵਿੱਚ, ਜੇਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ। ਇਹ ਕਿਉਂ ਆਖਿਆ? ਸਾਨੂੰ ਕਿਉਂ ਨਹੀਂ ਟਾਈਮ ਦਿੱਤਾ ਥੋੜ੍ਹਾ ਬਾਹਲਾ? ਕਿਉਂਕਿ ਗੁਰਮੁਖ ਪਿਆਰਿਓ, ਸਾਡੇ ਉੱਤੇ ਕਰਜ਼ਾ ਇੰਨਾ ਚੜ੍ਹ ਚੁੱਕਿਆ ਨਾ, ਜੇ ਅਸੀਂ ਘੱਟ ਕਮਾਈ ਕਰਾਂਗੇ ਸਾਡਾ ਕਰਜ਼ਾ ਨਹੀਂ ਉਤਰਨਾ। ਅਸੀਂ ਇੰਨੀ ਮਿਹਨਤ ਇੰਨੀ ਕਮਾਈ ਕਰਨੀ ਹੈ ਕਿ ਸਾਡੇ ਕੋਲ ਕੋਈ ਵੀ ਪਲ ਇੱਦਾਂ ਦਾ ਨਾ ਹੋਵੇ ਜਦੋਂ ਅਸੀਂ ਵਿਹਲੇ ਬੈਠੀਏ। ਹਰ ਘੜੀ ਹਰ ਪਲ ਅਸੀਂ ਕਮਾਈ ਕਰਦੇ ਰਹੀਏ ਭਾਵ ਅਸੀਂ ਨਾਮ ਨੂੰ ਬੀਜਦੇ ਰਹੀਏ। ਜੇ ਹੁਣ ਨਾਮ ਨਾ ਬੀਜਿਆ ਫਿਰ ਮੇਰੇ ਪਾਤਸ਼ਾਹ ਕਹਿੰਦੇ ਅੱਗੇ ਕੀ ਖਾਵੇਂਗਾ। ਜਿਹੜਾ ਹੁਣ ਆਪਾਂ ਖਾ ਪੀ ਰਹੇ ਹਾਂ, ਐਸ਼ੋ ਆਰਾਮ ਕਰਦੇ ਹਾਂ, ਜਿਹੜੀ ਸੰਗਤ ਆਪਾਂ ਨੂੰ ਮਿਲੀ ਹੋਈ ਹੈ, ਇਹ ਗੁਰਮੁਖ ਪਿਆਰਿਓ ਸਾਡੇ ਪੂਰਬਲੇ ਕਰਮਾਂ ਦੀ ਕਮਾਈ ਕੀਤੀ ਹੋਈ ਹੈ। ਪੂਰਬਲੇ ਕਰਮਾਂ ਦੀ ਕਮਾਈ ਕੀਤੀ ਹੋਈ ਹੈ, ਜਿੱਦਾਂ ਆਪਾਂ ਹੁਣ ਕਰ ਰਹੇ ਹਾਂ। ਪਰ ਲੇਕਿਨ ਕਮਾਈ ਪੂਰੀ ਨਹੀਂ ਹੋਈ ਸੀ। ਓਨੀ ਕਮਾਈ ਨਹੀਂ ਹੋਈ ਸੀ ਜਿੰਨੀ ਸਾਨੂੰ ਚਾਹੀਦੀ ਸੀ। ਜੇ ਓਨੀ ਕਮਾਈ ਹੋ ਜਾਂਦੀ ਤਾਂ ਆਪਾਂ ਨੇ ਭਵਸਾਗਰ ਤੋਂ ਪਾਰ ਹੋ ਜਾਣਾ ਸੀ। ਸਾਨੂੰ ਦੁਬਾਰਾ ਇੱਥੇ ਮਾਨਸ ਦੇਹ ਲੈ ਕੇ ਨਹੀਂ ਆਉਣਾ ਪੈਣਾ ਸੀ। ਇਹ ਮਾਨਸ ਦੇਹ ਦੇ ਵਿੱਚ ਸਾਨੂੰ ਫਿਰ ਆਉਣਾ ਨਹੀਂ ਪੈਣਾ ਸੀ ਜੇ ਸਾਡੀ ਪੂਰੀ ਕਮਾਈ ਹੁੰਦੀ। ਸਾਡੀ ਕਮਾਈ ਥੋੜ੍ਹੀ ਸੀ ਤਾਂ ਸਾਨੂੰ ਇੱਥੇ ਆਉਣਾ ਪਿਆ। ਪਰ ਹੁਣ ਅੱਗੇ ਲਈ ਉਪਰਾਲਾ ਕਰੀਏ, ਉਪਰਾਲੇ ਦੇ ਨਾਲ ਨਾਲ ਮਾਲਕ ਦੇ ਅੱਗੇ ਜੋਦੜੀਆਂ ਵੀ ਕਰੀਏ
कि मेरे मालिका साडा हुण नमेड़ा कर दे। तेरे चरनां दे विच साडी जोदड़ी है, बेनती है, तरला है, साडा नमेड़ा कर दे। जिदा आखिए ना भगत कबीर ने, कहत कबीर सुनो रे संतो, खेत ही करो नवेड़ा, अब की बार बख्श बंदे को, बहुर ना भवजल फेरा। है मेरे मालिका, इस बार बख्श लै, सानू दोबारा ना इस मात लोक ते आउणा पवे, मैथों फिर फेरा नहीं पाया जाना। ये जिहड़ा फेरा है ना, ये बड़ा लम्मा ते चौड़ा है मेरे मालिका। ये फेरा बड़ा लम्मा ते चौड़ा है, मेरे कोलों नहीं फिर पैना। मेरा इस बार किरपा करके नमेड़ा कर दे। जदों असीं पिता दे तरले मिन्नतां जोदड़ी करांगे, गुरमुखो अपना नमेड़ा हो जाना, अपना छुटकारा हो जाना। इस दे नाल नाल जो परहेज रोज़ दसे जाते हैं, उन्हां नूं याद रखियो। कह दिओ कि साडे पिता ने आखिया, हम नहीं चंगे बुरा नहीं कोई। कह दिओ कि साडे पिता ने आखिया कि मैं मित्र मेरे मालिक नूं बनाउणा। आपां आए हां ना इस दुनिया ते, आपां इत्थे होर नहीं किसी नूं मित्र बनाउणा, दोस्त बनाउणा। जे मित्र बनाउणा कोई ना, तां वो इक्को एक परम पिता परमात्मा है। वो मित्र किन्ना दा बनदा है? किन्ना दा बनदा है वो मित्र? वो मित्र उन्हां दा बनदा है जिहड़ा सारिआं नूं अपने तो चंगे समझदा है, जिहड़ा आप सारिआं तो बुरा मनदा है अपने आप नूं, उन्हां दा मेरा मालिक मित्र बन जांदा है। कह दिता ना पातशाह ने, मेरे साहिबा ने गुरबाणी च कह दिता, कबीर सब ते हम बुरे, कबीर सब ते हम बुरे, हम तज भलो सब कोय, जिन ऐसा कर बूझिया, मीत हमारा सोए। वो कहंदे मेरा मित्र है जिहड़े जीव ने ये गल जान ली कि मैं सब तो बुरा, मेरे तो सारे चंगे आ, मेरे तो सारे चंगे आ। जदों असी ये गल मन ली ना, फिर मेरा मालिक सानू मित्र बनाएगा, अपना मित्र। हुण आपां ने ये गल नूं प्रवान करना। गुरमुखो इन्नी क हाज़री नूं प्रवान करियो। विचार करदिआं एक नहीं अनेकां गलतियां हो जांदियां ने। गलती करन वाला जीव अपनी गलती नूं स्वीकार भी करदा है। जदों स्वीकार करदा है, फिर संगत ते गुरु बख्शण योग ने, बख्श लेना जी। वाहिगुरू जी।